ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਇੰਨੀ ਕੁ ਠੰਡ ਪੈਣੀ ਸ਼ੁਰੂ ਹੋ ਚੁੱਕੀ ਹੈ ਵੀ ਉਹਨੂੰ ਸ਼ਬਦਾਂ ਦੇ ਰਾਹੀਂ ਬਿਆਨ ਕਰਨਾ ਔਖਾ। ਪੰਜਾਬ ਦੇ ਵਿੱਚ ਤਾਂ ਪੈ ਹੀ ਰਹੀ ਹੈ, ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ ਵੀ ਲੋਹੜਾਂ ਦੀ ਠੰਡ ਪੈ ਰਹੀ ਹੈ। ਪਾਲਾ ਸਿਖਰ ਦੇ ਉੱਤੇ ਹੈ। ਦਿਨ ਦੇ ਵੇਲੇ ਵੀ ਸੂਰਜ ਨਾ ਨਿਕਲਿਆ ਵਰਗਾ ਤੇ ਰਾਤ ਦੇ ਵੇਲੇ ਕੋਰਾ ਲਗਾਤਾਰ ਪੈਣ ਦੇ ਕਰਕੇ ਤੇ ਲੋਕਾਂ ਦੀ ਸਿਹਤ ਦੀਆਂ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ। ਜਿਵੇਂ ਕਿ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਉਹੀ ਅੱਜ ਦੱਸਣੀ ਬਣਦੀ ਹੈ ਕਿ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਹੋਏ ਕਿਸਾਨ ਨੇ ਜਿਹੜੇ, ਉਹ ਲਗਾਤਾਰ ਢਿੱਲੇ ਮੱਠੇ ਹੋ ਰਹੇ ਆ ਕਿਉਂਕਿ ਠੰਡ ਦੀ ਮਾਰ ਆ ਜਿਹੜੀ ਉਹ ਬੜਾ ਬੁਰਾ ਅਸਰ ਪਾ ਰਹੀ ਹੈ। ਜਦੋਂ ਆਪਾਂ ਜਾਣਦੇ ਹਾਂ ਕਿ ਘਰ ਦੇ ਵਿੱਚ ਆਪਾਂ 100 ਓੜ ਪੋੜ ਕਰਦੇ ਹਾਂ, ਪਰ ਜਦੋਂ ਅਸੀਂ ਬਾਹਰ ਬੈਠੇ ਹੁੰਦੇ ਹਾਂ, ਘਰੋਂ ਬਾਹਰ ਜਾ ਕੇ ਬੈਠੇ ਹਾਂ, ਤਾਂ ਫਿਰ ਉੱਥੇ ਕਈ ਵਾਰ ਭੁੰਜੇ ਵੀ ਸੌਣਾ ਪੈਂਦਾ ਗਦੈਲਾ ਵਿਛਾ ਕੇ, ਕਈ ਵਾਰ ਟਰਾਲੀ ਦੇ ਵਿੱਚ ਵੱਧ ਲੋਕਾਂ ਨੂੰ ਸੌਣਾ ਪੈਂਦਾ, ਕਈ ਵਾਰ ਹਵਾ ਦਾ ਬੁੱਲਾ ਜਿਹੜਾ ਉਹ ਟਰਾਲੀ ਦੇ ਵਿੱਚ ਨਹੀਂ ਵੀ ਰੁਕਦਾ। ਸੋ ਇਹੋ ਜਿਹੀਆਂ ਗੱਲਾਂ ਦੇ ਕਰਕੇ ਕਿਸਾਨ ਆ ਜਿਹੜੇ ਉਹ ਵੱਧ ਠੰਡ ਦੀ ਮਾਰ ਦੇ ਵਿੱਚ ਆ ਰਹੇ ਆ। ਅਸੀਂ ਉਹਨਾਂ ਸਾਰੇ ਕਿਸਾਨਾਂ ਦੀ ਤੰਦਰੁਸਤੀ ਦੀ ਦੁਆ ਕਰਦੇ ਹਾਂ। ਅਸੀਂ ਚਾਹੁੰਦੇ ਜੀ ਕਿ ਇਸ ਮਸਲੇ ਦਾ ਹੱਲ ਛੇਤੀ ਨਿਕਲੇ, ਕੇਂਦਰ ਦੀ ਸਰਕਾਰ ਖੇਤੀ ਕਾਨੂੰਨ ਰੱਦ ਕਰੇ। ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਦਿੱਲੀ ਹਰਿਆਣੇ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਹੈ ਨਹੀਂ ਗੀ। ਉੱਦਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਠੰਡ ਇਸੇ ਤਰੀਕੇ ਨਾਲ ਲੋਹੜਿਆਂ ਦੀ ਪੈਂਦੀ ਰਹਿਣੀ ਆ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਹਾਲੇ ਤੱਕ ਕੇਂਦਰ ਦੇ ਉਸ ਰਵੱਈਏ ਨਾਲ ਜੁੜੀ ਹੋਈ ਹੈ ਜਿਹਦਾ ਰੂਪ ਆਪਾਂ ਕਹਿ ਸਕਦੇ ਮੈਂ ਨਾ ਮਾਨੂ ਵਾਲਾ। ਉਹ ਵਾਰ-ਵਾਰ ਕਹੀ ਜਾਂਦੇ ਕਿ ਖੇਤੀ ਕਾਨੂੰਨ ਤਾਂ ਸਹੀ ਹਨ, ਇਹ ਤਾਂ ਜੀ ਗੁੰਮਰਾਹ ਹੋ ਗਏ ਕਿਸਾਨ ਨੇ। ਸੋ ਅੱਜ ਜਿਸ ਤਰੀਕੇ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਮਨੋਹਰ ਲਾਲ ਖੱਟੜ ਜਾਂ ਦੁਸ਼ਯੰਤ ਚੌਟਾਲਾ ਜਾਂ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਹਵਾਲੇ ਨਾਲ ਆਈਆਂ, ਉਹਨਾਂ ਸਾਰੀਆਂ ਦਾ ਜੇਕਰ ਅਸੀਂ ਸਾਰਾਂਸ਼ ਕੱਢਣਾ ਹੋਵੇ ਤਾਂ ਮਤਲਬ ਇਹ ਹੈ ਕਿ ਕੇਂਦਰ ਦੀ ਸਰਕਾਰ ਹਾਲੇ ਵੀ ਆਪਣੀ ਜ਼ਿੱਦ ਦੇ ਉੱਤੇ ਅੜੀ ਹੋਈ ਹੈ। ਮੈਂ ਨਾ ਮਾਨੂ ਵਾਲੀ ਗੱਲ ਦੇ ਉੱਤੇ ਉਹ ਹਾਲੇ ਵੀ ਉਵੇਂ ਹੀ ਅੜੀ ਹੈ ਤੇ ਉਹਨਾਂ ਦਾ ਇਹ ਕਹਿਣਾ ਜੀ ਕਿ ਅਸੀਂ ਨਹੀਂ ਸੋਧਾਂ ਤੋਂ ਬਿਨਾਂ ਕੁਝ ਕਰ ਸਕਦੇ ਤੇ ਬਾਕੀ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਦੋਂ ਮੀਟਿੰਗ ਦੇ ਲਈ ਆਪਾਂ ਆਉਣਾ ਤੇ ਕਦੋਂ ਮੀਟਿੰਗ ਵਾਸਤੇ ਨਹੀਂ ਆਉਣਾ। ਪਰ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਲੰਘੇ ਕੱਲ੍ਹ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਚਿੱਠੀ ਭੇਜੀ ਗਈ ਹੈ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਮਾਂ ਤੇ ਸਥਾਨ ਤੁਸੀਂ ਦੱਸੋ ਤੇ ਆਪਾਂ ਮਿਲ ਕੇ ਫਿਰ ਮੀਟਿੰਗ ਕਰ ਲੈਂਦੇ ਹਾਂ। ਸੰਵਾਦ ਦੀ ਅਹਿਮੀਅਤ ਨੂੰ ਸਮਝ ਗਏ ਤੇ ਮਸਲੇ ਦਾ ਹੱਲ ਕੱਢ ਗਏ। ਨਰਿੰਦਰ ਸਿੰਘ ਤੋਮਰ ਹੋਰ ਗੱਲ ਕਹੀ ਜਾਂਦੇ ਆ, ਉਹ ਕਹਿੰਦੇ ਜੀ ਕਿਸਾਨ ਆਪਣਾ ਅੰਦੋਲਨ ਖਤਮ ਕਰਨ ਤੇ ਫਿਰ ਆਪਾਂ ਖੁੱਲ੍ਹੇ ਮਨ ਦੇ ਨਾਲ ਗੱਲਬਾਤ ਕਰੀਏ। ਕਹਿਣ ਦਾ ਭਾਵ ਇਹ ਆ ਕਿ ਹਾਲੇ ਤੱਕ ਉਹਨਾਂ ਦੀ ਨਜ਼ਰ ਦੇ ਵਿੱਚ ਖੁੱਲ੍ਹੇ ਮਨ ਦੇ ਨਾਲ ਗੱਲਬਾਤ ਨਹੀਂ ਹੋਈ। ਜਦੋਂ ਟਰਾਲੀਆਂ ਵਾਪਸ ਆਪੋ ਆਪਣੇ ਪਿੰਡਾਂ ਨਗਰ ਖੇੜਿਆਂ ਨੂੰ ਮੁੜ ਗਈਆਂ, ਉਹਨਾਂ ਦੀ ਨਜ਼ਰ ਦੇ ਵਿੱਚ ਉਸ ਵਕਤ ਖੁੱਲ੍ਹੇ ਮਨ ਨਾਲ ਗੱਲ ਹੋਣੀ ਆ। ਪਰ ਇਹਦਾ ਦੂਜਾ ਪੱਖ ਇਹ ਆ ਵੀ ਜੇਕਰ ਇੰਨੇ ਵੱਡੇ ਪੱਧਰ ਦੇ ਉੱਤੇ ਅੰਦੋਲਨ ਛੇੜਨ ਦੇ ਨਾਲ, ਟਰਾਲੀਆਂ ਦੇ ਨਾਲ ਰਾਹ ਬਲੌਕ ਕਰਨ ਦੇ ਨਾਲ ਖੁੱਲ੍ਹੇ ਮਨ ਦੇ ਨਾਲ ਗੱਲ ਨਹੀਂ ਹੋਈ, ਤਾਂ ਫਿਰ ਜਦੋਂ ਸਾਰਾ ਕੁਝ ਖੁੱਲ੍ਹ ਗਿਆ ਤੇ ਕਿਸਾਨਾਂ ਨੇ ਅੰਦੋਲਨ ਆਪਣਾ ਖਤਮ ਕਰਤਾ, ਫਿਰ ਕਿੰਨੀ ਕੁ ਵਧੀਆ ਗੱਲ ਹੋ ਸਕਦੀ ਹੈ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਪਰ ਮਨੋਹਰ ਲਾਲ ਖੱਟੜ ਹੋਰਾਂ ਨੇ ਲੰਘੇ ਕੱਲ੍ਹ ਫਿਰ ਵਿਵਾਦਗ੍ਰਸਤ ਬਿਆਨ ਦਿੱਤੇ ਆ। ਉਹਨਾਂ ਨੇ ਕਿਹਾ ਜੀ ਕਿ ਇੰਨੀ ਦਿਨੀ ਅਸੀਂ ਇੱਕ ਤਮਾਸ਼ਾ ਦੇਖ ਰਹੇ ਹਾਂ। ਉਹ ਗਏ ਸੀਗੇ ਪੰਚਕੂਲੇ ਦੇ ਵੱਲ ਕਿਉਂਕਿ ਨਗਰ ਨਿਗਮ ਦੀਆਂ ਚੋਣਾਂ ਸਿਰ ਦੇ ਉੱਤੇ ਆ। ਹਰਿਆਣੇ ਦੇ ਵਿੱਚ ਵੱਖ-ਵੱਖ ਨੇਤਾ ਜਿਹੜੇ ਬੀਜੇਪੀ ਦੇ ਤੇ ਬਾਕੀ ਸਹਿਯੋਗੀ ਪਾਰਟੀਆਂ ਦੇ, ਉਹ ਅੱਜ ਕੱਲ੍ਹ ਪ੍ਰਚਾਰ ਦੇ ਵਿੱਚ ਡਟੇ ਹੋਏ ਆ। ਤੇ ਮਨੋਹਰ ਲਾਲ ਖੱਟੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਸ਼ੇਖੀਆਂ ਮਾਰਨ ਦਾ ਕੰਮ ਚੱਲ ਰਿਹਾ। ਉਹਨਾਂ ਦੀ ਨਜ਼ਰ ਦੇ ਵਿੱਚ ਜਿਹੜੇ ਕਿਸਾਨ ਆਗੂ ਆ ਜਾਂ ਜਿਹੜੇ ਕਿਸਾਨ ਬੈਠੇ ਆ ਹੱਦਾਂ ਦੇ ਉੱਤੇ, ਇਹ ਸ਼ੇਖੀਆਂ ਮਾਰਨ ਵਾਸਤੇ ਬੈਠੇ ਆ। ਉਹਨਾਂ ਨੇ ਕਿਹਾ ਜੀ ਕਿ ਕੀ ਇਹ ਲੋਕਤੰਤਰ ਹੈ? ਕੀ ਇਹ ਲੋਕਤੰਤਰਕ ਕਦਰਾਂ ਕੀਮਤਾਂ ਦੀ ਗੱਲ ਹੈ? ਕਿਸਾਨ ਆ ਜਿਹੜੇ ਉਹਨਾਂ ਨੂੰ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਆ। ਸਾਨੂੰ ਕਹਿੰਦੇ ਜੀ ਖੇਤੀ ਕਾਨੂੰਨ ਰੱਦ ਕਰ ਦਿਓ, ਐਂ ਥੋੜ੍ਹੀ ਹੁੰਦਾ। ਉਹ ਕਹਿੰਦੇ ਜੀ ਅੱਜ ਕੱਲ੍ਹ ਅਸੀਂ ਇੱਕ ਤਮਾਸ਼ਾ ਦੇਖ ਰਹੇ ਹਾਂ ਤੇ ਤੁਸੀਂ ਕਿਸੇ ਨੇ ਵੀ ਇਸ ਤਮਾਸ਼ੇ ਦੇ ਹਿੱਸੇਦਾਰ ਨਹੀਂ ਬਣਨਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਆਪਣੇ ਵੱਲੋਂ ਜੋ ਕਰ ਸਕਦੇ ਸੀ ਕੀਤਾ, ਪਰ ਜਾਣ-ਬੁੱਝ ਕੇ ਵਿੱਚ ਟੈਂਟੇ ਖੜੇ ਕੀਤੇ ਜਾ ਰਹੇ ਆ, ਅੜਿੱਕੇ ਪਾਏ ਜਾ ਰਹੇ ਆ। ਪਰ ਇੱਕ ਹੋਰ ਜਿਹੜੀ ਕਮਾਲ ਦੀ ਖਬਰ ਹੈ, ਉਹ ਤੁਹਾਨੂੰ ਵੀ ਸ਼ਾਇਦ ਚੰਗੀ ਲੱਗੇ। ਉਹ ਇਸ ਕਰਕੇ ਕਿਉਂਕਿ ਜਦੋਂ ਹਰਿਆਣੇ ਨੂੰ ਪਾਰ ਕਰਕੇ ਸ਼ੰਭੂ ਬੈਰੀਅਰ ਤੋਂ ਅੱਗੇ ਜਾਣਾ ਸੀਗਾ, ਕਿਸਾਨਾਂ ਨੇ, ਪੰਜਾਬ ਦਿਆਂ ਨੇ, ਰਾਹ ਦੇ ਵਿੱਚ ਖੱਟੜ ਸਰਕਾਰ ਦੇ ਵੱਲੋਂ 100 ਤਰ੍ਹਾਂ ਦੇ ਅੜਿੱਕੇ ਡਾਏ ਗਏ। ਚੰਗੀਆਂ ਭਲੀਆਂ ਸੜਕਾਂ ਨੂੰ ਪੁੱਟ ਦਿੱਤਾ ਗਿਆ, ਰਾਹ ਦੇ ਵਿੱਚ ਬੈਰੀਕੇਡ ਖੜੇ ਕਰ ਦਿੱਤੇ ਗਏ। ਉਹਨਾਂ ਸੜਕਾਂ ਨੂੰ ਤਾਂ ਪੂਰ ਕੇ ਤੇ ਕਿਸਾਨ ਅੱਗੇ ਨਿਕਲ ਗਏ। ਕਿਸਾਨਾਂ ਨੇ ਕਿਰਾਇਆਂ ਦੇ ਨਾਲ ਉਹ ਸੜਕਾਂ ਫਿਰ ਬਣਾਤੀਆਂ, ਉਹ ਜਿਹੜੇ ਆ ਪਾੜ ਉਹ ਭਰਤੇ ਸੀਗੇ। ਪਰ ਇੱਕ ਬਿਲਕੁਲ ਉਸੇ ਰੂਪ ਦੇ ਵਿੱਚ ਦੁਸ਼ਯੰਤ ਚੌਟਾਲਾ ਦੇ ਸਾਹਮਣੇ ਚੁਣੌਤੀ ਆਈ ਹੈ। ਹਰਿਆਣੇ ਦੇ ਕਿਸਾਨਾਂ ਨੇ ਉਹਨਾਂ ਦੀ ਜੀਂਦ ਵਾਲੀ ਰੈਲੀ, ਉਹਨਾਂ ਨੇ ਜੀਂਦ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਸੀ। ਜੀਂਦ ਖੇਤਰ ਦੇ ਵਿੱਚ ਹੈਲੀਪੈਡ ਬਣਾਇਆ ਗਿਆ, ਦੁਸ਼ਯੰਤ ਚੌਟਾਲਾ ਦਾ ਜਹਾਜ਼ ਉੱਥੇ ਉਤਰਨਾ ਸੀਗਾ। ਕਿਸਾਨਾਂ ਨੇ ਉਹ ਹੈਲੀਪੈਡ ਹੀ ਪੁੱਟਤਾ। ਉਹ ਕਹਿੰਦੇ ਵੀ ਜਿਵੇਂ ਤੁਸੀਂ ਸੜਕਾਂ ਪੁੱਟੀਆਂ ਸੀ, ਆਹ ਲਓ ਜੀ ਅਸੀਂ ਹੈਲੀਪੈਡ ਪੁੱਟਤਾ। ਤੇ ਉਸ ਤੋਂ ਬਾਅਦ ਜਹਾਜ਼ ਉਤਰਿਆ ਹੀ ਨਹੀਂ, ਦੁਸ਼ਯੰਤ ਚੌਟਾਲਾ ਹੋਰੀ ਆਏ ਹੀ ਨਹੀਂ ਕਿਉਂਕਿ ਉਹਨਾਂ ਦਾ ਉੱਥੇ ਜਹਾਜ਼ ਉਤਰਨੇ ਨਹੀਂ ਸੀ। ਕਹਿਣ ਦਾ ਭਾਵ ਇਹ ਹੈ ਵੀ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜਿਵੇਂ ਤੁਸੀਂ ਕੀਤਾ ਸੀ ਉਵੇਂ ਅੱਜ ਅਸੀਂ ਵੀ ਕਰਕੇ ਦਿਖਾਤਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਵਿੱਚ ਉਚਾਣਾ ਖੇਤਰ ਦੇ ਵਿੱਚ ਕਿਸਾਨਾਂ ਨੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਹੈਲੀਕਾਪਟਰ ਰਾਹੀਂ ਆਉਣ ਦੇ ਲਈ ਤਿਆਰ ਕੀਤਾ ਗਿਆ ਹੈਲੀਪੈਡ
ਕਈਆਂ ਦੇ ਨਾਲ ਪੁੱਟ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਗੋ ਬੈਕ ਦੀ ਨਾਅਰੇਬਾਜ਼ੀ ਵੀ ਕੀਤੀ। ਦੁਸ਼ਯੰਤ ਚੌਟਾਲਾ ਦਾ ਹੈਲੀਕਾਪਟਰ ਇਸ ਹੈਲੀਪੈਡ ਦੇ ਉੱਤੇ ਉਤਰਨਾ ਸੀ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਚੌਟਾਲਾ ਦਾ ਦੌਰਾ ਰੱਦ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਦੁਸ਼ਯੰਤ ਚੌਟਾਲਾ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ, ਉਹ ਉਸ ਨੂੰ ਉਨੀ ਦੇਰ ਤੱਕ ਖੇਤਰ ਦੇ ਵਿੱਚ ਦਾਖਲ ਨਹੀਂ ਹੋਣ ਦੇਣਗੇ। ਕਿਸਾਨਾਂ ਨੇ ਕਿਹਾ ਸੀ ਕਿ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੂੰ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ। ਉਹਨਾਂ ਕਿਹਾ ਕਿ ਜਿਹੜਾ ਵੀ ਨੇਤਾ ਇੱਥੇ ਆਵੇਗਾ ਉਸ ਦਾ ਇਸੇ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ। ਦੱਸਣਾ ਬਣਦਾ ਕਿ ਮੰਗਲਵਾਰ ਨੂੰ ਅੰਬਾਲਾ ਦੇ ਵਿੱਚ ਕਿਸਾਨਾਂ ਨੇ ਸੀਐਮ ਮਨੋਹਰ ਲਾਲ ਖੱਟੜ ਦਾ ਵਿਰੋਧ ਕੀਤਾ ਸੀ। ਖੱਟੜ ਦੇ ਅੰਬਾਲਾ ਆਉਣ ਦੀ ਖਬਰ ਦੇ ਨਾਲ ਹੀ ਕਿਸਾਨਾਂ ਨੇ ਪ੍ਰਦਰਸ਼ਨ ਦੀ ਤਿਆਰੀ ਕਰ ਲਈ ਸੀ। ਇਸ ਦੇ ਕਰਕੇ ਮੰਗਲਵਾਰ ਸਵੇਰ ਤੋਂ ਹੀ ਸ਼ਹਿਰ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਮੁੱਖ ਮੰਤਰੀ ਦੇ ਆਉਣ ਦੀ ਖਬਰ ਮਿਲਦਿਆਂ ਹੀ ਉਹ ਪ੍ਰੋਗਰਾਮ ਵਾਲੀ ਥਾਂ ਦੇ ਵੱਲ ਚਲੇ ਗਏ ਸੀ ਤੇ ਰਾਹ ਦੇ ਵਿੱਚ ਮੁੱਖ ਮੰਤਰੀ ਦੇ ਕਾਫਲੇ ਦਾ ਘਿਰਾਓ ਕੀਤਾ ਸੀ। ਇਸੇ ਦਰਮਿਆਨ ਪਤਾ ਲੱਗਾ ਕਿ 13 ਕਿਸਾਨਾਂ ਦੇ ਉੱਤੇ ਕਤਲ ਦੀ ਕੋਸ਼ਿਸ਼ ਤੇ ਦੰਗਿਆਂ ਦਾ ਕੇਸ ਦਰਜ ਕੀਤਾ ਗਿਆ। ਇਹ ਮਾਮਲਾ ਮੁੱਖ ਮੰਤਰੀ ਦੇ ਹਮਲੇ ਦੇ ਨਾਲ ਸੰਬੰਧਿਤ ਹੈ। ਇਹਨਾਂ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਸਨ ਤੇ ਅੰਬਾਲਾ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਕਾਫਲੇ ਨੂੰ ਰੋਕਣ ਦੇ ਲਈ ਡੰਡਿਆਂ ਦੀ ਵਰਤੋਂ ਵੀ ਕੀਤੀ ਸੀ। ਇਸ ਨਾਲ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਹੋਇਆ ਸੀ। ਖੱਟੜ ਨਗਰ ਪਾਲਿਕਾ ਚੋਣਾਂ ਦੇ ਲਈ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਦੇ ਵਿੱਚ ਜਨ ਸੰਭਾਵਾਂ ਨੂੰ ਸੰਬੋਧਨ ਕਰਨ ਦੇ ਲਈ ਸ਼ਹਿਰ ਦੇ ਵਿੱਚ ਆਏ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਅੰਦੋਲਨ ਨੂੰ ਸਿਖਰ ਦੇ ਉੱਤੇ ਪਹੁੰਚਾਇਆ ਗਿਆ, ਹਰਿਆਣੇ ਨੇ ਵੀ ਛੋਟੇ ਭਰਾ ਦਾ ਇੱਕ ਇਹੋ ਜਿਹਾ ਫਰਜ਼ ਨਿਭਾਇਆ ਵੀ ਉਹਨਾਂ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ। ਅਸੀਂ ਹੁਣ ਤੱਕ 3 ਵਾਰ ਵੱਖ-ਵੱਖ ਬਾਰਡਰਾਂ ਦੇ ਉੱਤੇ ਜਾ ਕੇ ਦੇਖਿਆ, ਇੱਕੋ ਟਰਾਲੀ ਦੇ ਵਿੱਚ ਪੰਜਾਬ ਦੇ ਕਿਸਾਨ ਤੇ ਹਰਿਆਣੇ ਦੇ ਕਿਸਾਨ ਬੈਠੇ ਹੁੰਦੇ ਆ। ਤਾਊ ਤੇ ਭਾਊ ਉੱਥੇ ਬੈਠ ਕੇ ਮਿਲ ਕੇ ਗੱਲਾਂ ਕਰਦੇ ਆ। ਉਹ ਪੰਜਾਬ ਦੇ, ਦੇਸ਼ ਦੇ, ਹਰਿਆਣੇ ਦੇ ਤੇ ਬਾਕੀ ਹਰ ਥਾਂ ਦੇ ਮੁੱਦਿਆਂ ਦੇ ਉੱਤੇ ਸਾਂਝਾ ਵਿਚਾਰ ਵਟਾਂਦਰਾ ਕਰਦੇ ਆ। ਚੰਗਾ ਲੱਗਦਾ ਕਿਉਂਕਿ ਨਫ਼ਰਤ ਦੀਆਂ ਕੰਧਾਂ ਇਹਨਾਂ ਲੋਕਾਂ ਨੇ, ਰਾਜਨੀਤਿਕ ਲੋਕਾਂ ਨੇ ਇਹੋ ਜਿਹੀਆਂ ਖੜੀਆਂ ਕੀਤੀਆਂ ਸੀ ਕਿ ਜਾਪਦਾ ਨਹੀਂ ਸੀ ਕਿ ਇੱਦਾਂ ਦਾ ਨਿੱਘ ਪੈਦਾ ਹੋ ਜਾਊਗਾ। ਪਰ ਇਹ ਤਾਂ ਕਿਸਾਨ ਅੰਦੋਲਨ ਦੇ ਕਰਕੇ ਇੱਕ ਇਹੋ ਜਿਹੀ ਨੇੜਤਾ ਪਈ ਹੈ ਵੀ ਕਈ ਕਿਸਾਨ ਤਾਂ ਸਾਨੂੰ ਇਹ ਕਹਿੰਦੇ ਵੀ ਸੁਣੇ ਅਸੀਂ ਕਿ ਜੀ ਜੇਕਰ ਇਸ ਵਕਤ ਅੰਦੋਲਨ ਖਤਮ ਵੀ ਹੋ ਜਾਂਦਾ, ਅਸੀਂ ਇਹਨਾਂ ਦੇ ਨਾਲ ਆਪਣੇ ਨੰਬਰ ਵਟਾ ਲਏ ਆ। ਜੇਕਰ ਸਾਡੇ ਧੀ ਪੁੱਤ ਦਾ ਵਿਆਹ ਹੋਇਆ ਤਾਂ ਇਹਨਾਂ ਨੂੰ ਸੱਦਾਂਗੇ। ਤੇ ਹਰਿਆਣਵੀ ਕਹਿੰਦੇ ਵੀ ਜੇਕਰ ਸਾਡੇ ਧੀ ਪੁੱਤ ਦਾ ਵਿਆਹ ਹੋਇਆ ਤਾਂ ਅਸੀਂ ਪੰਜਾਬੀ ਦੋਸਤਾਂ ਨੂੰ, ਜਿਹੜੇ ਕਿ ਸਾਡੇ ਹੁਣ ਮਿੱਤਰ ਬਣੇ, ਭਰਾ ਬਣੇ ਆ, ਇਹਨਾਂ ਨੂੰ ਜ਼ਰੂਰ ਸੱਦਣਾ। ਹੁਣ ਸਾਡੀ ਇਹਨਾਂ ਦੇ ਨਾਲ ਪੱਕੀ ਆੜੀ ਪੈ ਗਈ ਆ, ਸਾਡੀ ਇਹਨਾਂ ਨਾਲ ਪੱਕੀ ਸਾਂਝ ਬਣ ਗਈ ਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਦੁਸ਼ਯੰਤ ਚੌਟਾਲਾ ਹੈਗੇ ਆ ਹਰਿਆਣੇ ਦੇ ਡਿਪਟੀ ਸੀਐਮ। ਉਹਨਾਂ ਦੀ ਭਾਈਵਾਲੀ ਹੈਗੀ ਆ ਭਾਜਪਾ ਦੇ ਨਾਲ ਤੇ ਭਾਜਪਾ ਨੇ ਆਪਾਂ ਜਾਣਦੇ ਖੇਤੀ ਕਾਨੂੰਨ ਬਣਾਏ ਆ ਤੇ ਇਸੇ ਕਰਕੇ ਦੁਸ਼ਯੰਤ ਚੌਟਾਲਾ ਦੇ ਉੱਤੇ ਖਾਪ ਪੰਚਾਇਤਾਂ ਨੇ ਵੀ ਕਈ ਵਾਰ ਦਬਾਅ ਬਣਾਇਆ, ਪਰ ਉਹ ਮੰਨਦੇ ਨਹੀਂ ਅਸਤੀਫਾ ਦੇਣ ਨੂੰ। ਜਿਹੜੇ ਵੀ ਉਹਨਾਂ ਦੇ ਨਾਲ ਜੁੜੇ ਹੋਏ ਆ, ਜਨ ਨਾਇਕ ਜਨਤਾ ਪਾਰਟੀ ਦੇ ਨਾਲ ਵਿਧਾਇਕ, ਉਹਨਾਂ ਦੇ ਉੱਤੇ ਦਬਾਅ ਕਈ ਵਾਰ ਖਾਪ ਪੰਚਾਇਤਾਂ ਨੇ ਬਣਾਉਣ ਦੀ ਗੱਲ ਕੀਤੀ ਆ, ਪਰ ਵਿਧਾਇਕ ਟਸ ਤੋਂ ਮਸ ਨਹੀਂ ਹੋਏ। ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਕਿਸਾਨਾਂ ਨਾਲ ਖੜਨਾ ਜਾਂ ਬੀਜੇਪੀ ਦੇ ਨਾਲ ਖੜਨਾ, ਪਰ ਹਾਲ ਦੀ ਘੜੀ ਦੁਸ਼ਯੰਤ ਦੇ ਵਿਧਾਇਕ ਆ ਜਿਹੜੇ ਉਹ ਬੀਜੇਪੀ ਦੇ ਪੱਖ ਦੇ ਵਿੱਚ ਖੜੇ ਆ। ਪਰ ਕਿਸਾਨਾਂ ਨੇ ਇਹ ਕਮਾਲ ਕਰਕੇ ਦਿਖਾ ਦਿੱਤੀ ਹੈ ਵੀ ਜਿਵੇਂ ਸਾਡੀਆਂ ਸੜਕਾਂ ਪੁੱਟੀਆਂ ਗਈਆਂ, ਹਾਲਾਂਕਿ ਉਹ ਨੈਸ਼ਨਲ ਹਾਈਵੇ ਆ, ਹਾਈਵੇ ਨੂੰ ਪੁੱਟਣ ਦਾ ਅਧਿਕਾਰ ਕਿਸੇ ਨੂੰ ਨਹੀਂ ਕਿਉਂਕਿ ਲੋਕਾਂ ਦੇ ਪੈਸੇ ਨਾਲ ਬਣੇ ਹੋਏ ਆ, ਪਰ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਖੱਟੜ ਸਰਕਾਰ ਦੇ ਵੱਲੋਂ ਇਹ ਸਾਰੇ ਅੜਿੱਕੇ ਖੜੇ ਕੀਤੇ ਗਏ ਸੀ। ਉਸੇ ਤਰਜ਼ ਦੇ ਉੱਤੇ ਹੁਣ ਦੁਸ਼ਯੰਤ ਚੌਟਾਲਾ ਦੇ ਆਉਣ ਕਰਕੇ ਹੈਲੀਪੈਡ ਪੁੱਟ ਦਿੱਤਾ ਗਿਆ ਵੀ ਇੱਥੇ ਅਸੀਂ ਜਹਾਜ਼ ਵੀ ਨਹੀਂ ਉਤਰਨ ਦੇਣਾ, ਜਿਵੇਂ ਤੁਸੀਂ ਸਾਡੇ ਟਰੈਕਟਰ ਨਹੀਂ ਸੀ ਲੰਘਣ ਦਿੰਦੇ, ਜਿਵੇਂ ਸਾਡੀਆਂ ਟਰਾਲੀਆਂ ਦੇ ਵਿੱਚ ਅੜਿੱਕੇ ਪੈਦਾ ਕਰਦੇ ਸੀ, ਤੁਹਾਡੇ ਅਸੀਂ ਹੈਲੀਕਾਪਟਰ 'ਚ ਅੜਿੱਕੇ ਪੈਦਾ ਕਰਦੇ ਹਾਂ। ਦੁਸ਼ਯੰਤ ਚੌਟਾਲਾ ਇਸ ਕਰਕੇ ਨਹੀਂ ਆਏ। ਸੋ ਹਰਿਆਣੇ ਦੇ ਵਿੱਚ ਵੀ ਦਬਾਅ ਬਹੁਤ ਬਣ ਰਿਹਾ। ਇਹ ਇੱਕ ਵੱਖਰੀ ਗੱਲ ਆ ਵੀ ਖੱਟੜ ਹੋ ਰਹੀ ਆ, ਜਿਹੜੇ ਉਹ ਖਸਿਆਨੀ ਜੀ ਹਾਸੀ ਹੱਸਦੇ ਕਹਿ ਦਿੰਦੇ ਆ ਕਿ ਨਹੀਂ ਜੀ ਕੋਈ ਫਰਕ ਨਹੀਂ ਜੇ ਪੈਂਦਾ, ਇਹ ਤਾਂ ਜੀ ਤਮਾਸ਼ਾ ਕਰਨ ਵਾਲੇ ਲੋਕ ਆ, ਅਸੀਂ ਤਾਂ ਜੀ ਤਮਾਸ਼ਾ ਦੇਖ ਰਹੇ ਹਾਂ, ਇਹ ਤਾਂ ਜੀ ਲੋਕਤੰਤਰ ਦਾ ਘਾਣ ਕਰ ਰਹੇ ਆ। ਤੇ ਉਧਰੋਂ ਤੋਮਰ ਹੋਰੀ ਕਹਿ ਦਿੰਦੇ ਆ ਕਿ ਜੀ ਦੇਖੋ ਇਹ ਤਾਂ ਜਾਣਬੁੱਝ ਕੇ ਕਰ ਰਹੇ ਆ, ਅਸੀਂ ਤਾਂ ਜੀ ਮੀਟਿੰਗਾਂ ਲਈ ਸੱਦਾ ਦਿੰਦੇ ਆ। ਕਿਸਾਨਾਂ ਨੇ ਲੰਘੇ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਵੀ ਜੇ ਤਾਂ ਤੁਸੀਂ ਖੇਤੀ ਕਾਨੂੰਨ ਰੱਦ ਕਰਨੇ ਆ ਤਾਂ ਮੀਟਿੰਗ ਭਾਵੇਂ ਕੱਲ੍ਹ ਨੂੰ ਕਰ ਲਓ, ਪਰ ਜੇਕਰ ਖੇਤੀ ਕਾਨੂੰਨ ਰੱਦ ਕਰਨ ਦੀ ਥਾਂ ਦੇ ਉੱਤੇ ਫਿਰ ਇਹੀ ਗੱਲ ਕਹਿਣੀ ਆ ਕਿ ਸੋਧਾਂ ਕਰ ਦਿੰਦੇ ਹਾਂ, ਸੋਧਾਂ ਕਰ ਦਿੰਦੇ ਹਾਂ, ਦੱਸੋ ਕਿਹੜੀ ਸੋਧ ਕਰਨੀ ਆ, ਤਾਂ ਫਿਰ ਬਿਲਕੁਲ ਕੋਰੀ ਨਾ ਹੈਗੀ ਆ। ਸੋ ਤਰੀਕ ਹਾਲੇ ਤੱਕ ਕੋਈ ਮਿੱਥੀ ਨਹੀਂ ਗਈ। ਇਸ ਮਸਲੇ ਦੇ ਉੱਤੇ ਕੇਂਦਰ ਦੀ ਸਰਕਾਰ ਦੀ ਚਿੱਠੀ ਫੇਰ ਆ ਗਈ ਆ। ਉਹ ਕੱਲੀਆਂ ਚਿੱਠੀਆਂ ਹੀ ਪਾ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਜੀ ਕਿ ਅਸੀਂ ਵੀ ਨਹੀਂ ਬਦਲਣਾ ਤੇ ਕਿਸਾਨ ਇਹ ਗੱਲ ਕਹਿੰਦੇ ਵੀ ਅਸੀਂ ਵੀ ਅਡੇਗਾ ਆਪਣੀ ਮੰਗ ਦੇ ਉੱਤੇ ਅੜੇ ਹੋਏ ਆ ਤੇ ਅੜੇ ਰਹਿਣਾ। ਸੋ ਵਕਤ ਦੱਸੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕਿਹੜੇ ਪਾਸੇ ਨੂੰ ਜਾਂਦਾ। ਪਰ ਇੱਕ ਹੋਰ ਤਸੱਲੀ ਦੀ ਖਬਰ ਇਹ ਹੈ ਕਿ ਦਿੱਲੀ ਜੈਪੁਰ ਮਾਰਗ ਦੇ ਉੱਤੇ ਵੀ ਬਹੁਤ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਆ। ਗਾਜੀਪੁਰ ਵਾਲੇ ਬਾਰਡਰ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਆ। ਸੋ ਦਿੱਲੀ ਨੂੰ ਆਲੇ ਦੁਆਲੇ ਚਾਰੇ ਪਾਸੇ ਹੌਲੀ ਹੌਲੀ ਘੇਰਾ ਪੈ ਰਿਹਾ। ਤੇ ਮੈਂ ਹੁਣੇ ਇੱਕ ਖਬਰ ਪੜ੍ਹੀ ਹੈ ਕਿ 15,000 ਦੇ ਕਰੀਬ ਕਿਸਾਨ ਆ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹੋਰ ਟਰਾਲੀਆਂ ਦੇ ਉੱਤੇ ਦਿੱਲੀ ਦੇ ਵੱਲ ਜਾ ਰਹੇ ਆ ਤੇ 15 ਤੋਂ ਲੈ ਕੇ 20,000 ਕਿਸਾਨ ਹੀ ਹਰਿਆਣੇ ਦੇ ਵਿੱਚੋਂ ਹੋਰ ਉੱਥੇ ਪਹੁੰਚ ਰਹੇ ਆ। ਮਤਲਬ ਇਹ ਆ ਵੀ ਕਿਸਾਨਾਂ ਦਾ ਇੰਨੇ ਪਾਲੇ ਦੇ ਵਿੱਚੋਂ ਮਨੋਬਲ ਨਹੀਂ ਡੋਲਿਆ ਤੇ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਨਤੀਜਾ
ਹਾਂ ਪੱਖੀ ਹੋਏਗਾ। ਜਿਵੇਂ ਜਿਵੇਂ ਕਿਸਾਨ ਅੰਦੋਲਨ ਹੋਰ ਭਖ ਰਿਹਾ, ਉਵੇਂ ਉਵੇਂ ਭਾਰਤ ਦੇ ਵਿੱਚ ਰਾਜਨੀਤੀ ਵੀ ਸਿਖਰ ਦੇ ਉੱਤੇ ਪਹੁੰਚ ਰਹੀ ਹੈ। ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਜਿਹੜੇ ਵੀ ਕਿਸਾਨ ਜਿਹੜੇ ਨੇਤਾਵਾਂ ਦੇ ਉੱਤੇ ਮਾਣਹਾਨੀ ਦਾ ਪਰਚਾ ਦਰਜ ਕਰਵਾਉਣਾ ਚਾਹਣ, ਕਿਉਂਕਿ ਨੇਤਾਵਾਂ ਨੇ ਹੁਣ ਤੱਕ ਬਹੁਤ ਵਾਰ ਆਖਿਆ ਕਿ ਇਹ ਕਿਸਾਨ ਨਹੀਂ ਤਾਂ ਖਾਲਿਸਤਾਨੀ ਹਨ, ਇਹਨਾਂ ਨੂੰ ਤਾਂ ਜੀ ਫੰਡਿੰਗ ਹੋਈ ਹੈ, ਇਹ ਤਾਂ ਫਲਾਨ ਹਾਂ, ਇਹ ਤਾਂ ਢੀਂਗ ਹਨ। ਪਰ ਕਿਸਾਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਵਕੀਲਾਂ ਦਾ ਫਿਕਰ ਨਾ ਕਰਿਓ, ਅਦਾਲਤੀ ਪ੍ਰਕਿਰਿਆ ਦਾ ਫਿਕਰ ਨਹੀਂ ਕਰਨਾਗਾ, ਵਕੀਲ ਤੁਹਾਨੂੰ ਮੁਫਤ ਦੇ ਵਿੱਚ ਅਸੀਂ ਮੁਹੱਈਆ ਕਰਵਾਵਾਂਗੇ। ਅੱਜ ਵੀ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਪਹੁੰਚ ਕੇ ਇਹ ਗੱਲ ਕਹੀ ਹੈ। ਸੋ ਦੂਜਾ ਪੱਖ ਇਹ ਹੈ ਕਿ ਇਸ ਵਕਤ ਨੈਸ਼ਨਲ ਪੱਧਰ ਦੇ ਉੱਤੇ ਵੀ ਰਾਜਨੀਤੀ ਸਿਖਰ ਤੇ ਹੈ। ਸੁਖਬੀਰ ਸਿੰਘ ਬਾਦਲ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਿੱਠੀ ਲਿਖੀ ਹੈ ਵੀ ਤੁਸੀਂ ਵੀ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਆ, ਅਸੀਂ ਵੀ ਆ, ਤੁਸੀਂ ਵੀ ਖੁਦ ਮੁਖਤਿਆਰੀ ਦੀ ਗੱਲ ਕਰਦੇ ਹੋ, ਅਸੀਂ ਵੀ ਕਰਦੇ ਹਾਂ। ਸੋ ਖਿਆਲਾਤ ਆਪਣੇ ਮਿਲਦੇ ਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੰਦੋਲਨ ਨੂੰ ਕਮਜ਼ੋਰ ਕਰ ਰਹੇ ਆ, ਜਾਣਬੁੱਝ ਕੇ ਅੰਦਰ ਖਾਤੇ ਸਾਜ਼ਿਸ਼ਾਂ ਰਚ ਕੇ ਇਹ ਕੇਂਦਰ ਦੇ ਨਾਲ ਮਿਲੇ ਹੋਏ ਆ। ਇਹ ਦੋਸ਼ ਲਾਏ ਹੈਗੇ ਆ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਨੇ। ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਲਾ ਰਹੀ ਹੈ ਇਸ ਵਕਤ ਲਗਾਤਾਰ ਕਾਂਗਰਸ ਵੀ ਉਧਰ ਤਾਂ ਕੇਜਰੀਵਾਲ ਹੋਰੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਕਰ ਦਿੰਦੇ ਦਿੱਲੀ ਵਿਧਾਨ ਸਭਾ ਦੇ ਵਿੱਚ, ਤੇ ਬਾਅਦ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਮਿਲਣ ਵੀ ਚਲੇ ਜਾਂਦੇ ਆ। ਫਿਰ ਕਹਿੰਦੇ ਜੀ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਮਤਲਬ ਇਹ ਹੈ ਕਿ ਇਹੋ ਜਿਹੀਆਂ ਲਿਚ ਘੜੀਚੀਆਂ ਹਾਲੇ ਤੱਕ ਚੱਲ ਰਹੀਆਂ। ਮੈਂ ਇੱਕ ਗੱਲ ਤੇ ਹੋਰ ਥੋੜ੍ਹਾ ਜਿਹਾ ਵਿਚਾਰ ਕਰਦਾ ਵੀ ਹਾਲੇ ਤਾਂ ਇਹਨਾਂ ਨੂੰ ਕਿਸਾਨਾਂ ਨੇ ਆਪਣੇ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ। ਜੇ ਕਿਤੇ ਪੰਜਾਬ ਦੇ ਰਾਜਨੀਤਿਕ ਲੋਕ ਜਾਂ ਕਿਸੇ ਵੀ ਹੋਰ ਸੂਬੇ ਦੇ ਰਾਜਨੀਤਿਕ ਲੋਕਾਂ ਨੂੰ ਇਹਨਾਂ ਕਿਸਾਨ ਧਰਨਿਆਂ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਹੱਦਾਂ ਦੇ ਉੱਤੇ ਆਉਣ ਦੀ ਆਗਿਆ ਮਿਲ ਜਾਂਦੀ, ਐਸੀ ਕੜੀ ਘੁਲਣੀ ਸੀ ਜਿਹੜੀ ਆਪਾਂ ਲੰਮਾ ਸਮਾਂ ਚੇਤੇ ਰੱਖਣੀ ਸੀ। ਕਿਉਂਕਿ ਰਾਜਨੀਤਿਕ ਲੋਕਾਂ ਨੇ ਤਾਂ ਆਪਣੀਆਂ ਵੋਟਾਂ ਦੇ ਮੁਤਲਕ ਸਾਰੀ ਗੱਲ ਕਰਨੀ ਆ। ਉਹਨਾਂ ਨੇ ਕਹਿਣਾ ਸੀ ਵੀ ਜੋ ਵੀ ਚੰਗਾ ਹੋਇਆ ਉਹ ਅਸੀਂ ਕੀਤਾ, ਜੋ ਵੀ ਮਾੜਾ ਕੀਤਾ ਉਹ ਦੂਜਾ ਨੇ ਕੀਤਾ। ਅਗਲੇ ਦਿਨ ਦੂਜਾ ਨੇ ਆਇਆ ਕਰਨਾ ਸੀ ਸਟੇਜ ਦੇ ਉੱਤੇ, ਫਿਰ ਉਹਨਾਂ ਨੇ ਉਹੋ ਜਿਹੀ ਗੱਲ ਕਰ ਜਾਣੀ ਸੀ ਤੇ ਕਿਸਾਨ ਅੰਦੋਲਨ ਸ਼ਾਇਦ ਹੁਣ ਤੱਕ ਠੁੱਸ ਹੋ ਕੇ ਰਹਿ ਜਾਂਦਾ। ਇਹ ਤਾਂ ਕਿਸਾਨਾਂ ਦੀ ਤੀਖਣਤਾ, ਇਹ ਤਾਂ ਉਹਨਾਂ ਦੀ ਦੂਰਦ੍ਰਿਸ਼ਟਤਾ, ਜਿਹਦੇ ਕਰਕੇ ਉਹ ਰਾਜਨੀਤਿਕ ਲੋਕਾਂ ਨੂੰ ਨੇੜੇ ਆਉਣ ਹੀ ਨਹੀਂ ਦਿੰਦੇਗੇ। ਪਰ ਅੱਜ ਇੱਕ ਹੋਰ ਹੈਰਾਨੀ ਵਾਲੀ ਖਬਰ ਪ੍ਰਾਪਤ ਹੋਈ ਹੈ। ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਅੱਜ 2 ਕਰੋੜ ਲੋਕਾਂ ਦੇ ਦਸਤਖਤਾਂ ਵਾਲਾ ਇੱਕ ਪੱਤਰ ਆ, ਜਿਹੜਾ ਵੱਡੀ ਸਾਰੀ ਫਾਈਲ ਹੈ ਜਿਹੜੀ, ਉਹ ਕਹਿੰਦੇ ਆ ਵੀ ਦਿੱਤੀ ਆ ਰਾਮਨਾਥ ਕੋਵਿੰਦ ਜਿਹੜੇ ਕਿ ਭਾਰਤ ਦੇ ਰਾਸ਼ਟਰਪਤੀ ਆ। ਉਹਨਾਂ ਨੇ ਕਿਹਾ ਜੀ ਕਿ ਦੇਖੋ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ, ਉਹ ਚਾਹੁੰਦੇ ਜੀ ਕਿ ਖੇਤੀ ਕਾਨੂੰਨ ਰੱਦ ਹੋ ਜਾਣ। ਉਹ ਚਾਹੁੰਦੇ ਜੀ ਕਿ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਖੇਤੀ ਕਾਨੂੰਨ ਲਾਗੂ ਨਾ ਹੋਣ। ਇਹ 2 ਕਰੋੜ ਲੋਕਾਂ ਨੇ ਦਸਤਖਤ ਕਰਕੇ ਸਾਨੂੰ ਦਿੱਤੇ ਆ। ਪਰ ਇਸ ਗੱਲ ਦੇ ਉੱਤੇ ਨਰਿੰਦਰ ਸਿੰਘ ਤੋਮਰ ਨੇ ਕਿਹਾ, ਉਹ ਕਹਿੰਦੇ ਜੀ ਬਿਲਕੁਲ ਜਾਲੀ ਹੈ, ਇਹਨਾਂ ਨੇ ਕਿਸੇ ਤੋਂ ਦਸਤਖਤ ਨਹੀਂ ਕਰਵਾਏ। ਉਹ ਕਹਿੰਦੇ ਜੀ ਮੈਂ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਆ, ਉਹ ਕਹਿੰਦੇ ਜੀ ਅਸੀਂ ਨਹੀਂ ਦਸਤਖਤ ਕੀਤੇ। ਇਹ ਤਾਂ ਰਾਹੁਲ ਗਾਂਧੀ ਹੋਰਾਂ ਦੇ ਮਾਮਲੇ ਦੇ ਵਿੱਚ ਝੂਠ ਪਹਿਲਾਂ ਵੀ ਚੱਲਦਾ, ਤੇ ਰਾਹੁਲ ਗਾਂਧੀ ਨੂੰ ਤਾਂ ਕਦੇ ਉਹਨਾਂ ਦੀ ਪਾਰਟੀ ਦੇ ਲੋਕਾਂ ਨੇ ਸੀਰੀਅਸ ਨਹੀਂ ਲਿਆ, ਤੇ ਬਾਕੀ ਲੋਕਾਂ ਨੇ ਕਿੱਥੇ ਲੈਣਾ। ਯਾਨੀ ਕਿ ਨਰਿੰਦਰ ਸਿੰਘ ਤੋਮਰ ਨੇ ਕੀਤੇ ਕਿਰਾਏ ਦੇ ਉੱਤੇ ਪੋਚਾ ਫੇਰਤਾ। ਰਾਹੁਲ ਗਾਂਧੀ ਸੱਚੇ ਆ ਜਾਂ ਤੋਮਰ ਹੋਰੀ ਸੱਚੇ ਆ, ਇਹ ਤਾਂ ਆਪਸ ਦੇ ਵਿੱਚ ਗੱਲਬਾਤ ਕਰਨ। ਪਰ ਜਿਹੜੀ ਰਿਪੋਰਟ ਆਈ ਆ ਉਹ ਇਹ ਜ਼ਰੂਰ ਦੱਸਦੀ ਹੈ ਕਿ ਰਾਜਨੀਤਿਕ ਲੋਕ ਇਸ ਹੱਦ ਤੱਕ ਜਾ ਰਹੇ ਆ ਵੀ ਉਹ ਝੂਠਾ ਤੇ ਮੈਂ ਸੱਚਾ। ਉਹ ਕਹਿੰਦਾ ਨਾ ਮੈਂ ਸੱਚਾ ਉਹ ਝੂਠਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਵੇਂ ਖੇਤੀਬਾੜੀ ਸੁਧਾਰ ਕਾਨੂੰਨਾਂ ਵਿਰੁੱਧ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਕਾਂਗਰਸ ਦੇ ਵਫਦ ਵੱਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੇ ਦਸਤਖਤਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਖੇਤੀਬਾੜੀ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਜੋ ਕਹਿੰਦੇ ਨੇ ਕਾਂਗਰਸ ਵੀ ਇਹਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਤੋਮਰ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਦਸਤਖਤ ਲੈ ਕੇ ਆਪਣਾ ਵਿਰੋਧ ਦਰਜ ਕਰਵਾਉਣ ਦੇ ਲਈ ਰਾਸ਼ਟਰਪਤੀ ਕੋਲ ਗਏ ਤਾਂ ਕਿਸਾਨਾਂ ਨੇ ਮੈਨੂੰ ਕਿਹਾ ਕਿ ਕਾਂਗਰਸ ਵੱਲੋਂ ਸਾਡੇ ਕੋਲੋਂ ਬਿਲਕੁਲ ਨਹੀਂ ਦਸਤਖਤ ਕਰਵਾਏ ਗਏ, ਨਾ ਹੀ ਸਾਡੇ ਕੋਲੇ ਕੋਈ ਕਾਂਗਰਸੀ ਆਇਆ। ਕੇਂਦਰੀ ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਜੇ ਰਾਹੁਲ ਗਾਂਧੀ ਇੰਨੇ ਚਿੰਤਤ ਸਨ ਤਾਂ ਉਹਨਾਂ ਨੂੰ ਸੱਤਾ ਦੇ ਵਿੱਚ ਹੁੰਦੇ ਹੋਏ ਕਿਸਾਨਾਂ ਵਾਸਤੇ ਕੁਝ ਕਰਨਾ ਚਾਹੀਦਾ ਸੀ। ਕਾਂਗਰਸ ਦਾ ਕਿਰਦਾਰ ਹਮੇਸ਼ਾ ਕਿਸਾਨ ਵਿਰੋਧੀ ਰਿਹਾ। ਇਹਦੇ ਨਾਲ ਹੀ ਬਾਗਪਤ ਤੋਂ 60 ਮੈਂਬਰੀ ਕਿਸਾਨ ਮਜ਼ਦੂਰ ਸੰਘ ਦੇ ਮੈਂਬਰਾਂ ਨਾਲ ਇੱਕ ਮੁਲਾਕਾਤ ਤੋਂ ਬਾਅਦ ਤੋਮਰ ਨੇ ਕਿਹਾ ਬਾਗਪਤ ਦੇ ਕਿਸਾਨਾਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਉੱਤੇ ਆਪਣੇ ਸਮਰਥਨ ਪੱਤਰ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਖੇਤੀ ਕਾਨੂੰਨ ਵਿੱਚ ਸੋਧ ਕਰਨ ਦੇ ਲਈ ਕਿਸੇ ਦੇ ਦਬਾਅ ਦੇ ਵਿੱਚ ਨਹੀਂ ਆਉਣਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੁਣ ਜੇਕਰ ਸੰਘ ਦੇ ਕਿਸਾਨ ਆਗੂ ਸਾਹਮਣੇ ਆ ਜਾਂਦੇ ਆ, ਸਾਨੂੰ ਇਹਦੇ ਉੱਤੇ ਬਿਲਕੁਲ ਹੈਰਾਨੀ ਨਹੀਂ ਹੁੰਦੀ। ਬਾਗਪਤ ਦੇ ਇਹਨਾਂ ਕਿਸਾਨਾਂ ਨੇ ਕਿਹੜੀ ਖੇਤੀ ਕੀਤੀ ਹੈ ਇਹਦੇ ਬਾਬਤ ਦੁਨੀਆ ਦਾ ਕੋਈ ਵੀ ਵਿਅਕਤੀ ਨਹੀਂ ਜਾਣਦਾ। ਤੋਮਰ ਹੋਰੀ ਉਹਨਾਂ ਲੋਕਾਂ ਨੂੰ ਉਭਾਰ ਰਹੇ ਆ ਜਿਨ੍ਹਾਂ ਦੀ ਖੇਤੀਬਾੜੀ ਦੇ ਨਾਲ ਪਛਾਣ ਕੋਈ ਨਹੀਂ ਜੁੜੀ। ਪਰ ਜਿਹੜੇ ਲੋਕ ਇਸ ਵਕਤ ਬਰੂਹਾਂ ਦੇ ਉੱਤੇ ਆ ਕੇ ਬੈਠੇ ਆ, ਜਿਹੜੇ ਲੋਕ ਚਾਹੁੰਦੇ ਜੀ ਕਿ ਆਜੋ ਸਾਡੇ ਵਿੱਚ ਆ ਕੇ ਆਪਾਂ ਗੱਲਬਾਤ ਕਰੀਏ, ਤੇ ਉਹਨਾਂ ਲੋਕਾਂ ਦੀ ਸਾਰ ਨਹੀਂ ਲੈਂਦੇਗੇ। ਅੱਜ ਜਦੋਂ ਕੇਂਦਰ ਦੇ ਮੰਤਰੀਆਂ ਨੇ ਫਿਰ ਇਹ ਗੱਲ ਕਹੀ ਜੀ ਕਿ ਤੁਹਾਨੂੰ ਚਿੱਠੀ ਭੇਜੀ ਹੈ, ਦੱਸੋ ਵੀ ਸਮਾਂ ਤੇ ਸਥਾਨ ਆਪਾਂ ਕਿੱਥੇ ਮਿਲਣਾ, ਕਦੋਂ ਮੀਟਿੰਗ ਕਰਨੀ ਆ, ਤਾਂ ਕੁਝ ਕੁ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਤੋਮਰ ਸਾਹਿਬ ਨੂੰ ਕਿਸਾਨਾਂ ਦੇ ਧਰਨੇ ਦੇ ਵਿੱਚ ਹੀ ਆ ਜਾਣਾ ਚਾਹੀਦਾ। ਉਹ ਸਿੰਘੂ ਬਾਰਡਰ ਦੇ ਉੱਤੇ ਆ ਜਾਣ
ਜਾਂ ਟਿਕਰੀ 'ਚ ਆ ਜਾਣ ਜਾਂ ਕੁੰਡਲੀ ਦੇ ਵਿੱਚ ਆ ਜਾਣ ਜਾਂ ਗਾਜ਼ੀਪੁਰ ਦੇ ਵਿੱਚ ਆ ਜਾਣ, ਜਗ੍ਹਾ ਉਹ ਚੁਣ ਲੈਣ ਵੀ ਭਾਈ ਇਹਨਾਂ 4-5 ਥਾਵਾਂ ਦੇ ਵਿੱਚੋਂ ਆਪਾਂ ਕਿੱਥੇ ਮਿਲਣਾ ਹੈਗਾ। ਸੋ ਇਸ ਕਰਕੇ ਜੇਕਰ ਕਿਸਾਨਾਂ ਦੇ ਵਿੱਚ ਆ ਕੇ ਉਹਨਾਂ ਨੂੰ ਸਮਝਾਇਆ ਜਾਵੇ ਵੀ ਖੇਤੀ ਕਾਨੂੰਨ ਤੁਹਾਡੇ ਲਈ ਫਾਇਦੇਮੰਦ ਕਿੰਨੇ ਆ ਤਾਂ ਮੰਨੀਏ, ਨਹੀਂ ਤਾਂ ਐਵੇਂ ਚਿੱਠੀ ਪਾ ਕੇ ਤੇ ਬਾਅਦ ਦੇ ਵਿੱਚ ਗੱਲ ਕਹਿ ਦੇਣੀ ਜੀ ਹਮਨੇ तो बहुत अच्छा कर दिया, हमने तो किसानों के लिए ही ये कानून बनाए हैं, आमदन दुगनी हो जाएगी। किसान कहते भी इदा गल नहीं जे बनती। पर राहुल गांधी होरां ने सच्ची मुच्ची 2 करोड़ लोगों तो दस्तखत करवाए कि नहीं, ये बाबत असीं कोई दावा नहीं कर सकते। हो सकता करवाए भी होण पर हो सकता ना भी होए होण, क्योंकि आप जानते ही हाँ कि भाजपा दी ते कांग्रेस की किन्नी साझ है। सो राजनीतिक लोग आ जिहड़े वो किसी भी हद तक जा सकते हैं, किसी भी अंदोलन नूं किसी भी संघर्ष नूं अपने हक दे विच करन दे लई। इहदे बाबत आपां सारा कुछ जानते हैं। सो इस किसान अंदोलन की जिवें मैं मुੱਢ ਦੇ ਵਿੱਚ ਗੱਲ कही है, खूबसूरती इसे गल ਦੇ ਵਿੱਚ है भी हाले तक किसी नूं भी इन्हां ने उत्थे टिकट नहीं दिता। यानी कि किसी भी इस वक्त आगू नूं किसानां ने ये नहीं गल कही भी तुसीं साडे विच आओ। पंजाब दे विच बड़े राजनीतिक आगूआं ने इस मामले ते रोटियां सेकीਆਂ। कोई ट्रैक्टरां दी रैली कढण लग पिया बधनी कलां वाल जाके, ਕਿਸੇ ਨੇ ਟਰੈਕਟਰ ਜਿਹੜੇ ਆਪਣੇ ਉਹ ਚੰਡੀਗੜ੍ਹ ਦੇ ਵੱਲ ਮੋੜ ਲਏ, ਪਰ ਹੁਣ ਉਹ ਫੜਕਦੇ ਨਹੀਂ, ਉਹ ਹੁਣ ਰੜਕਦੇ ਨਹੀਂ, ਉਹ ਪਤਾ ਨਹੀਂ ਕਿੱਥੇ ਬੈਠੇ ਆ। ਇਕੱਲੇ ਪੰਜਾਬ ਜਾਂ ਭਾਰਤ ਦੇ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਲੋਕ ਨੇ ਉਹਨਾਂ ਦਾ ਧਿਆਨ ਆ ਜਿਹੜਾ ਉਹ ਇਸ ਵਕਤ ਧਰਨਿਆਂ ਦੇ ਵੱਲ, ਅੰਦੋਲਨ ਦੇ ਵੱਲ ਟਿਕਿਆ ਹੋਇਆ। ਮੈਨੂੰ ਨਿੱਜੀ ਤੌਰ ਦੇ ਉੱਤੇ ਅੱਜ ਇੱਕ ਬੜੀ ਚੰਗੀ ਗੱਲ ਲੱਗੀ ਵੀ ਬੰਦਾ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜਿਆ ਹੁੰਦਾ, ਕਿਉਂਕਿ ਕੈਨੇਡਾ ਦੇ ਵਿੱਚੋਂ ਆਏ ਹੋਏ ਇੱਕ ਸੱਜਣ ਨੇ ਜਿਹਦੀ ਕਿ ਹੁਣ ਵਾਪਸ ਜਾਣ ਦੀ ਟਿਕਟ ਵੀ ਸੀ, ਉਹਨੇ ਆਪਣੀ ਟਿਕਟ ਰੱਦ ਕਰਵਾ ਦਿੱਤੀ ਹੈ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਪੰਜਾਬ ਦਾ ਜੰਮਿਆ ਜਾਇਆ, ਭਾਵੇਂ ਮੇਰਾ ਰੋਟੀ ਟੁੱਕ ਹੁਣ ਕੈਨੇਡਾ ਦੇ ਵਿੱਚ ਚੱਲਦਾ, ਪਰ ਕਿਉਂਕਿ ਮੈਂ ਪੰਜਾਬ ਦੇ ਪ੍ਰਤੀ ਜ਼ਿੰਮੇਵਾਰ ਆ, ਮੈਂ ਪੰਜਾਬ ਦੀ ਮਿੱਟੀ ਦੇ ਵਿੱਚ ਖੇਡਿਆ, ਪੰਜਾਬ ਦੇ ਖੇਤਾਂ ਨੇ ਸਾਨੂੰ ਵੱਡਾ ਕੀਤਾ, ਪੰਜਾਬ ਦਾ ਖਾਧਾ ਹੋਇਆ ਅਸੀਂ ਹੁਣ ਤੱਕ ਜਿਹੜਾ ਉਹ ਗੁਣਗਾਨ ਕਰਦੇ ਹਾਂ, ਪੰਜਾਬ ਦੇ ਖਾਧੇ ਹੋਏ ਨੂੰ ਅਸੀਂ ਹੁਣ ਤੱਕ ਚੇਤੇ ਕਰਦੇ ਹਾਂ, ਇੱਥੋਂ ਦੀ ਆਬੋ ਹਵਾ ਦੇ ਵਿੱਚ ਸਾਹ ਲੈਂਦੇ ਹਾਂ। ਅਸੀਂ ਭਾਵੇਂ ਕੈਨੇਡਾ 'ਚ ਰਹਿੰਦੇ ਹਾਂ ਪਰ ਸੁਪਨਾ ਸਾਨੂੰ ਪੰਜਾਬ ਦਾ ਹੀ ਆਉਂਦਾ। ਇਸ ਕਰਕੇ ਮੈਂ ਆਪਣੀ ਟਿਕਟ ਰੱਦ ਕਰਵਾ ਦਿੱਤੀ ਹੈ ਅਤੇ ਜਿੰਨੀ ਦੇਰ ਤੱਕ ਇਸ ਘੋਲ ਨੂੰ ਜਿੱਤਿਆ ਨਹੀਂ ਜਾਂਦਾ ਮੈਂ ਉਨੀ ਦੇਰ ਤੱਕ ਵਾਪਸ ਨਹੀਂ ਪਰਤਣਾ। ਇਹ ਇੱਕ ਜਜ਼ਬਾ, देखो नतीजा की निकलना कल नूं ये वक्त दसूगा, पर एक जज्बे दे करके इंसान फिरदा। ते जिहड़े लोग इन्ने गैरतमंद आ जिन्हां दे अंदर पंजाब दे प्रति इन्ना फिक्र है, जिहड़े इस घोल दे इन्नी हक दे विच शिद्दत दे नाल उन्हां नूं सलाम क्यों ना कीती जावे। पहलां इस रिपोर्ट दा वेरवा साझा करदे हां ते बाਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਜਾਰੀ ਅੰਦੋਲਨ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਕੈਨੇਡਾ ਤੋਂ ਭਾਰਤ ਆਇਆ ਇੱਕ ਸ਼ਖਸ ਲੰਮੇ ਸਮੇਂ ਤੱਕ ਇੱਥੇ ਰਹਿਣਾ ਚਾਹੁੰਦਾ ਹੈ ਤੇ ਉਸ ਦਾ ਕਹਿਣਾ ਕਿ ਬਿੱਲ ਰੱਦ ਹੋਣ ਤੱਕ ਮੈਂ ਵਾਪਸ ਨਹੀਂ ਜਾਵਾਂਗਾ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੈਨੂੰ ਇਸ ਪ੍ਰਦਰਸ਼ਨ ਦੇ ਵਿੱਚ ਲਗਾਤਾਰ ਹਿੱਸਾ ਲੈਣਾ ਚਾਹੀਦਾ ਹੈ। ਪਿਛਲੇ 30 ਸਾਲ ਤੋਂ ਟੋਰਾਂਟੋ ਦੇ ਵਿੱਚ ਕਾਰੋਬਾਰ ਕਰ ਰਹੇ ਗੁਰਬਖਸ਼ ਸਿੰਘ ਨੇ ਕਿਹਾ ਉਹ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਿਛਲੇ ਹਫ਼ਤੇ ਭਾਰਤ ਆਇਆ ਸੀ। ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਹਜ਼ਾਰਾਂ ਕਿਸਾਨ ਪਰਿਵਾਰਾਂ ਦੇ ਉੱਤੇ ਭੂਮੀ ਦੇ ਮਾਲਕਾਨਾ ਹੱਕ ਗਵਾਉਣ ਦਾ ਖਤਰਾ ਮੰਡਰਾ ਰਿਹਾ। ਮੂਲ ਰੂਪ ਤੋਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਗੁਰਬਖਸ਼ ਸਿੰਘ ਨੇ ਕਿਹਾ ਮੈਂ ਅਗਲੇ ਹਫ਼ਤੇ ਦੀ ਵਾਪਸੀ ਦੀ ਟਿਕਟ ਬੁੱਕ ਕਰਵਾਈ ਸੀ, ਪਰ ਇਹ ਸਭ ਕੁਝ ਵੇਖ ਕੇ ਮੈਂ ਲੰਬੇ ਸਮੇਂ ਤੱਕ ਇੱਥੇ ਰਹਿਣ ਦਾ ਵਿਚਾਰ ਕੀਤਾ ਹੈ। ਨਵਾਂ ਸ਼ਹਿਰ ਦੇ ਵਿੱਚ ਆਪਣੇ ਜੱਦੀ ਘਰ ਤੋਂ ਗੁਰਬਖਸ਼ ਸਿੰਘ ਕੁਝ ਦਿਨ ਦੇ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਾਥ ਦੇਣ ਵਾਸਤੇ ਸਿੰਘੂ ਸਰਹੱਦ ਦੇ ਉੱਤੇ ਆਏ ਹੋਏ ਨੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨਾਲ ਜੋ ਬੇਇਨਸਾਫੀ ਹੋ ਰਹੀ ਹੈ ਉਹਦੇ ਖਿਲਾਫ ਪ੍ਰਦਰਸ਼ਨ ਦੇ ਵਿੱਚ ਸਭਨਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇੱਕ ਗੁਰਬਖਸ਼ ਸਿੰਘ ਨਹੀਂ, ਇਸ ਵਕਤ ਬਹੁਤ ਸਾਰੇ ਗੁਰਬਖਸ਼ ਸਿੰਘ ਪੰਜਾਬ ਦੇ ਵਿੱਚ ਆਏ ਆ, ਭਾਰਤ ਦੇ ਵਿੱਚ ਆਏ ਆ, ਇਸ ਕਰਕੇ ਕਿ ਅਸੀਂ ਅੰਦੋਲਨ ਦੇ ਵਿੱਚ ਹਿੱਸਾ ਲੈਣਾ ਤੇ ਉਹ ਲੈ ਵੀ ਰਹੇ ਆ ਕਈ। ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਵੀ ਜੇਕਰ ਕਰੋਨਾ ਮਹਾਮਾਰੀ ਨਾ ਹੁੰਦੀ, ਜੇਕਰ ਫਲਾਈਟਾਂ ਜਿਹੜੀਆਂ ਹੁਣ ਬਹੁਤ ਘੱਟ ਚੱਲਦੀਆਂ ਜਾਂ ਨਾ ਮਾਤਰ ਚੱਲਦੀਆਂ, ਜੇਕਰ ਇਹ ਆਮ ਵਾਂਗੂ ਆਉਣ ਜਾਣ ਦੀ ਪ੍ਰਕਿਰਿਆ ਹੁੰਦੀ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਨਾਲੋਂ ਕਈ ਗੁਣਾ ਵੱਧ ਗਿਣਤੀ ਦੇ ਵਿੱਚ ਕਿਸਾਨਾਂ ਨੇ ਇੱਥੇ ਪੰਜਾਬ ਦੇ ਵਿੱਚ ਆਉਣਾ ਸੀਗਾ, ਕਿਉਂਕਿ ਸਭ ਦੇ ਮਨ ਦੇ ਵਿੱਚ ਇੱਕ ਤਾਂਘ ਆ ਕਿ ਅਸੀਂ ਪੰਜਾਬ ਨੂੰ ਬਚਾ ਲਈਏ, ਅਸੀਂ ਪੰਜਾਬ ਦੀਆਂ ਫਸਲਾਂ ਨੂੰ ਬਚਾ ਲਈਏ, ਪੰਜਾਬ ਦੇ ਖੇਤਾਂ ਨੂੰ ਬਚਾ ਲਈਏ। ਇਹ ਤਾਂ ਕਰੋਨਾ ਮਹਾਮਾਰੀ ਦੇ ਕਰਕੇ ਜਿਹੜੇ ਵੀ ਭਰਾ ਭੈਣਾਂ ਨੇ ਉਹ ਮਜਬੂਰੀ ਦੇ ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਰਮਨ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਬੈਠੇ ਆ। ਨਹੀਂ ਤਾਂ ਬਹੁਤ ਸਾਰੇ ਲੋਕਾਂ ਦੇ ਸਾਨੂੰ ਫੋਨ ਆਏ ਆ ਵੀ ਅਸੀਂ ਆਉਣਾ ਚਾਹੁੰਦੇ ਆ, ਸਾਡਾ ਜੀ ਕਰਦਾ ਕਿ ਅਸੀਂ ਦਿੱਲੀ ਏਅਰਪੋਰਟ ਉਤਰ ਕੇ ਸਿੱਧਾ ਸਿੰਘੂ ਬਾਰਡਰ ਦੇ ਉੱਤੇ ਜਾਈਏ, ਅਸੀਂ ਟਿੱਕਰੀ ਜਾਈਏ, ਪਰ ਰਾਹ ਦੇ ਵਿੱਚ ਮਜਬੂਰੀਆਂ ਕਿਉਂਕਿ ਕਰੋਨਾ ਦੇ ਕਰਕੇ ਬਹੁਤ ਕੁਝ ਉਲਟ ਪੁਲਟ ਹੋਇਆ, ਉਥਲ ਪੁਥਲ ਹੋਈ ਹੈ, ਪਰ ਅਸੀਂ ਉਹਨਾਂ ਦੀ ਸੋਚ ਨੂੰ, ਉਹਨਾਂ ਦੀ ਤਾਂਘ ਨੂੰ ਵੀ ਸਲਾਮ ਕਰਦੇ ਹਾਂ। ਇੱਕ ਹੋਰ ਜਾਣਕਾਰੀ ਦੇਣੀ ਬਣਦੀ ਹੈ ਕਿ ਲਗਾਤਾਰ ਲੋਕ ਨੇ ਜਿਹੜੇ ਉਹ ਇਸ ਯੱਗ ਦੇ ਵਿੱਚ, ਮੈਂ ਯੱਗ ਸ਼ਬਦ ਤਾਂ ਵਰਤਦਾ ਕਿਉਂਕਿ ਯੱਗ ਹੀ ਹੈ ਇਸ ਵਕਤ, ਇਹ ਅੰਦੋਲਨ ਇੱਕ ਬਹੁਤ ਵੱਡਾ ਮੁਕਾਮ ਹਾਸਲ ਕਰ ਚੁੱਕਿਆ। ਇਹਦੇ ਵਿੱਚ ਆਪਣੀ ਵਿੱਤੀ ਪਹੁੰਚ ਦੇ ਮੁਤਾਬਕ ਹਿੱਸਾ ਪਾ ਰਹੇ ਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਹੜੇ SP ਸਿੰਘ ਉਬਰਾਏ ਆ ਉਹ ਵੀ ਕਮਾਲ ਕਰੀ ਜਾਂਦੇ ਆ, ਖਾਲਸਾ ਏਡ ਵਾਲੇ ਵੀ ਕਮਾਲ ਕਰਦੇ ਆ, ਲੋਕ ਭਲਾਈ ਆਰਮੀ ਬੜਾ ਯੋਗਦਾਨ ਪਾ ਰਹੀ ਹੈ। ਜੇ ਅਸੀਂ ਵਰਲਡ ਕੈਂਸਰ ਕੇਅਰ ਦੀ ਗੱਲ ਕਰਦੇ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਹਰ ਕੋਈ ਆਪਣੀ ਵਿੱਤੀ ਪਹੁੰਚ ਦੇ ਮੁਤਾਬਕ ਮਦਦ ਕਰ ਰਿਹਾ। ਤੇ ਹੁਣ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ 21 ਲੱਖ ਰੁਪਈਆ ਜਿਹੜੇ ਕਿ ਮ੍ਰਿਤਕ ਕਿਸਾਨ ਆ ਜਿਹੜੇ ਕਿ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ
ਮਦਦ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਗੁਰਦੁਆਰਾ ਪਰਮੇਸ਼ਰ ਦਰਬਾਰ ਦੇ ਵਿੱਚ ਬੁਲਾ ਕੇ ਤੇ ਉਹਨਾਂ ਸਾਰੇ ਕਿਸਾਨ ਪਰਿਵਾਰਾਂ ਦੀ ਆਰਥਿਕ ਮਦਦ ਕਰਾਂਗੇ, ਭਾਵੇਂ ਲੱਖ ਲੱਖ ਰੁਪਈਆ 21 ਪਰਿਵਾਰਾਂ ਨੂੰ ਦੇਗੇ ਜਾਂ ਫਿਰ 50-50 ਹਜ਼ਾਰ ਰੁਪਈਆ 42 ਪਰਿਵਾਰਾਂ ਨੂੰ ਦੇਗੇ, ਪਰ 21 ਲੱਖ ਰੁਪਈਏ ਦਾ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।